ਬਈ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਨੇ ਕਹਿ ਦਿੱਤਾ ਜੀ ਮੈਂ ਹੁਣ ਸੇਵਾਵਾਂ ਤੋਂ ਮੁਕਤ ਹੋਣਾ ਚਾਹੁੰਦਾ। ਨਾ ਉਹਨਾਂ ਨੇ ਕਦੇ ਐਂ ਕਿਹਾ ਸੀ ਮੈਂ ਮੁਕਤ ਹੋਣਾ ਚਾਹੁੰਦਾ। ਮੈਂ ਸਮਝਦਾ ਵੀ ਨਾ ਉਹਨਾਂ ਨੇ ਕਿਹਾ ਸੀ ਮੈਨੂੰ ਰੈਗੂਲਰ ਰੱਖੀ ਚੱਲੋ। ਜਥੇਦਾਰਾਂ ਤੋਂ ਸਭ ਤੋਂ ਕਮਜ਼ੋਰ ਜਥੇਦਾਰ ਮੈਂ ਇਹਨੂੰ ਮੰਨਦਾ ਵੀ ਜਿਸ ਦੀ ਹਾਜ਼ਰੀ ਦੇ ਵਿੱਚ ਕੇਸਗੜ੍ਹ ਸਾਹਿਬ ਦੇ ਵਿੱਚ ਬੇਅਦਬੀ ਹੁੰਦੀ ਹੈ ਤੇ ਇਹ ਬੰਦਾ ਜਾ ਕੇ ਕਹਿੰਦਾ ਜੀ ਮੇਰੇ ਤਾਂ ਦਿਲ ਦਾ ਦੌਰਾ ਪੈ ਗਿਆ। ਕੋਲ ਕੋਈ ਬੰਦੇ ਹੈ ਨਹੀਂ, ਸਿੰਘ ਹੈ ਨਹੀਂ, ਐਡੀਆਂ ਸੰਪਰਦਾਵਾਂ ਬੈਠੀਆਂ ਉਹਨਾਂ ਦੇ ਵਿੱਚੋਂ ਲੈ ਕੇ ਸਿੰਘ ਸਾਹਿਬ ਲਾਏ ਜਾ ਸਕਦੇ ਸੀ, ਪਰੰਤੂ ਹੁਣ ਇਹ ਉਹਨਾਂ ਨੂੰ ਲਾਉਂਦੇ ਜਿਹੜਾ ਬੰਦਾ ਇਹਨਾਂ ਦੀ ਬੋਲੀ ਬੋਲਦਾ। ਇਹ ਤੁਹਾਡੇ ਨਾਲ ਵੀ ਐਂ ਹੋ, ਇਹ ਨੈਪਕਿਨ ਵਾਂਗੂ ਨਾ ਤੁਹਾਨੂੰ ਐ ਪੂੰਝ ਕੇ ਜਿੱਦਾਂ ਤੁਸੀਂ ਇਹਨਾਂ ਦੇ ਕੰਮ ਦੇ ਨਾ ਰਹੇ ਤੁਹਾਨੂੰ ਚੱਕ ਕੇ ਰੱਦੀ ਦੀ ਟੋਕਰੀ ਦੇ ਵਿੱਚ ਜਿਵੇਂ ਅੱਗੇ ਸਿੰਘ ਸਾਹਿਬਾਂ ਨੂੰ ਸਿੱਟਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੇਰੇ ਤੇ ਸਵਾਲ ਕੀਤਾ ਕਿ ਪਿਛਲੇ ਦਿਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਨੂੰ ਹਟਾ ਦਿੱਤਾ ਡਿਊਟੀ ਤੋਂ ਤੇ ਉਹਨਾਂ ਦੀ ਜਗ੍ਹਾ ਜਥੇਦਾਰ ਜਿਹੜੇ ਕੇਸਗੜ੍ਹ ਸਾਹਿਬ ਸੀ ਗਿਆਨੀ ਰਘਵੀਰ ਸਿੰਘ ਉਹਨਾਂ ਨੂੰ ਲਾ ਦਿੱਤਾ। ਇਹਦੇ ਬਾਰੇ ਜਿਹੜੀ ਤੁਸੀਂ ਮੈਨੂੰ ਕਿਹਾ ਵੀ ਮੈਂ ਕੀ ਕਹਿਣਾ ਚਾਹੁੰਦਾ, ਮੇਰਾ ਕਹਿਣਾ ਬੜਾ ਮਹੱਤਵਪੂਰਨ ਨਹੀਂ ਵੀ ਮੈਂ ਕੀ ਕਹਿਣਾ ਚਾਹੁੰਦਾ। ਮਹੱਤਵਪੂਰਨ ਇਹ ਹੈ ਵੀ ਹੋ ਕੀ ਰਿਹਾ, ਸਿੱਖ ਜਗਤ ਇਸ ਨੂੰ ਕੀ ਮਹਿਸੂਸ ਕਰ ਰਿਹਾ, ਉਹ ਮਹੱਤਵਪੂਰਨ ਹੈ। ਦੇਖੋ ਕਿੰਨੀ ਅਫਸੋਸ ਦੀ ਗੱਲ ਹੈ ਬਈ ਤਕਰੀਬਨ 5 ਸਾਲ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਐਕਟਿੰਗ ਜਥੇਦਾਰ, ਕੰਮ ਚਲਾਊ ਜਥੇਦਾਰ ਸੇਵਾ ਕਰ ਗਏ। ਹੁਣ ਕਹਿ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਕਹਿੰਦੇ ਵੀ ਇਹ ਜ਼ਰੂਰੀ ਸਥਾਈ ਤੌਰ ਦੇ ਉੱਤੇ ਲਾਉਣਾ ਜ਼ਰੂਰੀ ਹੈ। 5 ਸਾਲਾਂ ਦਾ ਸਮਾਂ ਜਿਹੜਾ ਪ੍ਰਧਾਨ ਸਾਹਿਬ ਇਹ ਜ਼ਰੂਰੀ ਨਹੀਂ ਸੀ, ਤੁਸੀਂ 5 ਸਾਲ ਲੰਘਾ ਦਿੱਤੇ ਆ। ਫਿਰ ਉਸ ਤੋਂ ਵੀ ਅਫਸੋਸਨਾਕ ਗੱਲ ਇਹ ਕਿ ਜਦੋਂ ਕਿਸੇ ਨੂੰ ਸਿੰਘ ਸਾਹਿਬ ਲਾਇਆ ਜਾਂਦਾ, ਹੁਣ 22 ਤਰੀਕ ਨੂੰ ਇਹਨਾਂ ਨੂੰ ਕਰਾਉਣਗੇ, ਇਹਨਾਂ ਦੀ ਤਾਜਪੋਸ਼ੀ ਆ, ਕਹਿਣੀਆਂ ਦਸਤਾਰ ਦਸਮ ਪਗੜੀ ਹੋਣੀ ਆ, ਦਰਬਾਰ ਸਾਹਿਬ ਦੀ ਸੇਵਾ ਸੰਭਾਲਣੀ ਇਹਨਾਂ ਨੇ, ਤਖਤ ਸਾਹਿਬ ਦੀ, ਅਕਾਲ ਤਖਤ ਸਾਹਿਬ ਦੀ। ਉਹਦੇ ਦੇਖੋ ਤੁਸੀਂ ਕਿੰਨਾ ਕੁਛ ਹੋਊ ਉੱਥੇ, ਕਿੰਨੇ ਸੰਪਰਦਾਵਾਂ ਨੂੰ ਬੁਲਾਉਣਗੇ, ਕੀ ਕੁਛ ਕਰਨਗੇ, ਵੀ ਬਹੁਤ ਵੱਡਾ ਹੋਊਗਾ। ਜਿਵੇਂ ਪਹਿਲੇ ਬਹੁਤ ਵੱਡਾ ਸਿੰਘ ਸਾਹਿਬ ਲਾ ਦਿੱਤਾ ਸੀ, ਬਹੁਤ ਕੋਈ ਵੱਡਾ ਮਾਰਕਾ ਮਾਰਿਆ, ਅਤੇ ਜਿਸ ਦਿਨ ਤੋਰਨਾ ਹੁੰਦਾ ਉਹਦੇ ਐਵੇਂ ਨਹੀਂ ਪੁੱਛਦੇ ਵੀ ਗਿਆਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਾਹਰ ਤੁਰੇ ਫਿਰਦੇ ਸੀ। ਅਤੇ ਇਹ ਝੂਠ ਬੋਲਿਆ ਜਾ ਰਿਹਾ ਦਰਬਾਰ ਸਾਹਿਬ ਦੇ ਵਿੱਚ ਖੜ੍ਹ ਕੇ, ਉਸ ਕੰਪਲੈਕਸ ਦੇ ਵਿੱਚ ਜਿੱਥੇ ਸੱਚੋ ਹੀ ਸੱਚ ਨਿਬੜਿਆ, ਬੱਕ ਕੱਢੇ ਜਮਾਲ ਲਿਆ, ਉੱਥੇ ਖੜ੍ਹ ਕੇ ਕਿਹਾ ਜਾ ਰਿਹਾ ਬਈ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਨੇ ਕਹਿ ਦਿੱਤਾ ਜੀ ਮੈਂ ਹੁਣ ਸੇਵਾਵਾਂ ਤੋਂ ਮੁਕਤ ਹੋਣਾ ਚਾਹੁੰਦਾ। ਨਾ ਉਹਨਾਂ ਨੇ ਕਦੇ ਐਂ ਕਿਹਾ ਸੀ ਮੈਂ ਮੁਕਤ ਹੋਣਾ ਚਾਹੁੰਦਾ। ਮੈਂ ਸਮਝਦਾ ਵੀ ਨਾ ਉਹਨਾਂ ਨੇ ਕਿਹਾ ਸੀ ਮੈਨੂੰ ਰੈਗੂਲਰ ਰੱਖੀ ਚੱਲੋ। ਉਹ ਇਹ ਜ਼ਰੂਰ ਚਾਹੁੰਦੇ ਸੀ ਵੀ ਇੱਕ ਪਾਸਾ ਜ਼ਰੂਰ ਕਰੋ, ਵੀ ਜ਼ਿਆਦਾ ਇਹਨੂੰ ਸਥਾਈ ਕਰ ਦਿਓ, ਇਹ ਜ਼ਰੂਰ ਚਾਹੁੰਦੇ ਸੀ ਵੀ ਨਹੀਂ ਕੋਈ ਤਾਂ ਫੈਸਲਾ ਕਰੋ। ਪਰ ਉਹਨਾਂ ਨੇ ਕਦੇ ਆ ਕਿਹਾ ਤਾਂ ਹੈ ਨਹੀਂ ਸੀ, ਨਾ ਕਦੇ ਕਿਤੇ ਸੁਣਿਆ ਸੀ। ਸੋ ਗਏ ਹੋਏ ਸੀ ਬਾਹਰ। ਅਰਜੈਂਟ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹਾਊਸ ਆ, ਜਿਹੜੀ ਆਂਤਰਿਕ ਕਮੇਟੀ ਦੀ ਮੀਟਿੰਗ ਬੁਲਾਈ ਜਾਂਦੀ ਹੈ, ਉਹਦੇ 'ਚ ਸੈਕੰਡ ਏਜੰਡਾ ਕੋਈ ਨਹੀਂ ਸੀ, ਕਿਉਂਕਿ ਪਿੱਛੇ ਤੋਂ ਲੱਗੇ ਹੋਏ ਸੀਗੇ ਇਸ ਗੱਲ ਦੇ ਉੱਤੇ ਵੀ ਗਿਆਨੀ ਰਘਵੀਰ ਸਿੰਘ ਨੂੰ ਲਾਓ। ਕਿਉਂ ਲਾਓ? ਮੈਂ ਅੱਗੇ ਵੀ ਗੱਲ ਕਰੀ ਆ, ਸਾਰੇ ਵਿਦਵਾਨ ਲੋਕ ਸਿੱਖ ਜਗਤ 'ਤੇ ਗੱਲ ਕਰਦਾ ਬਈ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਲੈ ਕੇ ਬਟੋਹੇ, ਉਹਦੀ ਬਿਰਸਾ ਸਿੰਘ ਬਟੋਹਾ, ਇਹ ਸਾਰੇ ਸੱਜਣ ਜਾਂਦੇ ਨੇ। ਉਹਨਾਂ ਨੇ ਉੱਥੋਂ ਉਹਨਾਂ ਨੂੰ ਕਿਹਾ ਵੀ ਜਿਹੜੇ ਤੁਸੀਂ ਇਹ ਚਿੱਠੀ ਲੈ ਕੇ ਆਏ ਹੋ ਇਹ ਮਾफ़ੀ ਮੰਗਦੇ ਹੋ, ਕਾਹਦੀ ਮਾफ़ੀ ਮੰਗਦੇ ਹੋ? ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਕਾਹਦੀ, ਇਹ ਕਹਿੰਦੇ ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮਾफ़ੀ ਮੰਗਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ। ਉਹ ਕਹਿੰਦੇ ਯਾਰ ਜਿਹੜੀਆਂ ਅਣਜਾਣੇ 'ਚ ਹੋ ਗਈਆਂ ਉਹ ਤਾਂ ਮਾफ़ ਕੀਤੀਆਂ ਜਾ ਸਕਦੀਆਂ, ਜਿਹੜੀਆਂ ਜਾਣ ਕੇ ਕੀਤੀਆਂ ਉਹ ਮੈਨੂੰ ਦੱਸ ਦਿਓ, ਮੈਂ ਸੰਗਤ ਨੂੰ ਦੱਸ ਦੂੰ ਵੀ ਆਹ ਇਹਨੇ ਜਾਣ ਕੇ ਕੀਤੀਆਂ, ਇਹ ਤੋਂ ਅਣਜਾਣੇ 'ਚ ਹੋਈਆਂ, ਮੈਨੂੰ ਮਾफ़ ਕਰ ਦੂੰ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਲਿਆਓ ਸਾਡੀ ਚਿੱਠੀ, ਵਾਪਸ ਲਈ ਚਿੱਠੀ। ਅਤੇ ਇਹਨਾਂ ਨੇ ਫਿਰ ਉਸ ਸਮਝੌਤੇ ਦੇ ਅਧੀਨ ਸਿੰਘ ਸਾਹਿਬ ਗਿਆਨੀ ਜਿਹੜਾ ਹੈ ਰਘਵੀਰ ਸਿੰਘ ਜੀ, ਉਹਨੂੰ ਕੇਸਗੜ੍ਹ ਸਾਹਿਬ ਤੋਂ ਲਿਆ ਕੇ ਇੱਥੇ ਤਖਤ ਸਾਹਿਬ ਦਾ ਜਥੇਦਾਰ ਲਾਇਆ। ਹੁਣ ਇਹ ਕੀ ਕਰਨਗੇ? ਹੁਣ ਜਿਹੜੀ ਅਗਲੀ ਜਿਹੜੀ ਗੱਲ ਜਿਹੜੀ ਹੋਰ ਇਹ ਜਿਹੜਾ ਨਵਾਂ ਵੀ ਬੀਜਣਗੇ, ਹੁਣ ਇਹ ਉਹੀ ਚਿੱਠੀ ਉਸੇ ਢੰਗ ਦੀ ਗੋਲ-ਮੋਲ ਚਿੱਠੀ ਇਹਨੂੰ ਦੇਣਗੇ, ਇਹ ਤੋਂ ਫਿਰ ਇਹ ਮਾफ़ ਕਰਵਾਉਣਗੇ। ਕਿਉਂਕਿ ਸਭ ਤੋਂ ਜੇ ਜਥੇਦਾਰਾਂ ਤੋਂ ਸਭ ਤੋਂ ਕਮਜ਼ੋਰ ਜਥੇਦਾਰ ਮੈਂ ਇਹਨੂੰ ਮੰਨਦਾ ਵੀ ਜਿਸ ਦੀ ਹਾਜ਼ਰੀ ਦੇ ਵਿੱਚ ਕੇਸਗੜ੍ਹ ਸਾਹਿਬ ਦੇ ਵਿੱਚ ਬੇਅਦਬੀ ਹੁੰਦੀ ਹੈ ਅਤੇ ਇਹ ਬੰਦਾ ਜਾ ਕੇ ਕਹਿੰਦਾ ਜੀ ਮੇਰੇ ਤਾਂ ਦਿਲ ਦਾ ਦੌਰਾ ਪੈ ਗਿਆ, ਝੂਠੀ ਮੂਠੀ ਦੌਰਾ ਪਾ ਕੇ ਜਾ ਕੇ ਉੱਥੇ ਜਲੰਧਰ ਦਾਖਲ ਹੋ ਜਾਂਦਾ। ਜਿਸ ਸਿੰਘ ਸਾਹਿਬ ਵੀ ਕੀ ਗੱਡੀਆਂ 'ਚ ਚੜ੍ਹਨ ਵਾਸਤੇ ਰੱਖਿਆ, ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ। ਲੋਕਾਂ ਨੂੰ ਕਹਿੰਦੇ ਨੇ ਸੋਧਾ ਲਾ ਦਿਓ, ਸੋਧਾ ਲਾ ਦਿਓ, ਅਤੇ ਉੱਦਾਂ ਇਹਨਾਂ ਨੇ ਆਪ ਨਾ ਸੋਧਾ ਲਾਇਆ। ਜਿਹੜੇ ਸੋਧਾ ਲਾ ਕੇ ਅੰਦਰ ਬੈਠੇ ਉਹਨਾਂ ਦੀ ਕਿੰਨੀ ਕੁ ਹਿਫਾਜ਼ਤ ਕਰਦੇ ਆ। ਮੈਂ ਵਿੱਚ ਦੀ ਤੁਹਾਨੂੰ ਗੱਲ ਹੋਰ ਕਹਿਣੀ ਚਾਹੁੰਦਾ। ਇੱਕ ਜਾਗੋਵਾਲ ਦੀ ਮੈਂ ਦੇਖ ਰਿਹਾ ਸੀ, ਜਿਸ ਬੰਦੇ ਨੇ ਕੋਈ ਔਰਤ ਨੇ ਬੇਪਤੀ ਕੀਤੀ, ਉਸ ਸਿੰਘ ਨੇ ਤੁਹਾਡੇ ਵਰਗਾ ਨੌਜਵਾਨ ਮੁੰਡਾ ਸੀ, ਉਹਨੂੰ ਜਾ ਕੇ ਮਾਰ ਦਿੱਤਾ। ਮੇਰੇ ਖਿਆਲ ਥਾਣੇ ਜਿਹੇ ਕਾਂਡ ਵਾਪਰਿਆ ਸੀ, ਇੱਧਰ ਪੈਲ ਵੱਲ ਦੀ ਗੱਲ ਹੈ, ਇਸ ਇਲਾਕੇ ਦੀ ਹੈ, ਉਹ ਮਾਰ ਦਿੱਤਾ ਜੀ ਉਹਨੇ। ਉਹ ਬੰਦੇ ਨੂੰ ਪਰਸੋਂ ਚੌਥੇ ਉਹ ਕਿਤੇ ਪੈਰੋਲ 'ਤੇ ਆਇਆ ਹੋਇਆ, ਉਹਦਾ ਕੋਈ ਸ਼ਿਕਵਾ ਨਹੀਂ ਸੀ, ਉਹਨੇ ਆਪਦੇ ਗੁਰੂ ਲਈ ਇਹ ਕੁਰਬਾਨੀ ਕੀਤੀ ਆ, ਪਰ ਕਿਸੇ ਨੇ ਜਾ ਕੇ ਪੁੱਛਿਆ ਨਹੀਂ ਹੈ।
ਇਹ ਜਦ ਕਿਸੇ ਨੂੰ ਪੁੱਛਦੇ ਨਹੀਂ, ਇਹ ਸੌਦਾ ਕਿੱਥੋਂ ਆਵੇ ਕਿੱਥੋਂ ਲਾ ਦੇਣਗੇ। ਸੋ ਉਸ ਇੱਕ ਕਮਜ਼ੋਰ ਬੰਦੇ ਨੂੰ ਲਿਆ ਕੇ ਲਾ ਦਿੱਤਾ। ਉਹ ਸਾਰੀ ਜਿਹੜੀ ਇਹਦੀ ਕੜੀ ਇਹ ਆ ਵੀ ਸੁਖਬੀਰ ਨੂੰ, ਬਾਦਲ ਨੂੰ ਇਹਨਾਂ ਨੇ ਹੁਣ ਮਾਫੀ ਦਿਵਾਉਣੀ ਹੈਗੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਦੀ ਜਿਹੜੀ ਗੱਲ ਸੀ ਉਹ ਕਿਤੇ ਗੁਰਮਤਿ ਦੀ ਗੱਲ ਕਰਦੇ ਸੀ, 3-4 ਪੁਆਇੰਟ ਕਹਿ ਦਿੰਦੇ ਆ ਲੋਕ। ਮੈਂ ਸਮਝਦਾ ਵੀ ਉਹ ਰਾਘਵ ਚੱਡੇ ਤੇ ਜਾਣਾ ਕੋਈ ਬੜਾ ਵੱਡਾ ਇਸ਼ੂ ਨਹੀਂ ਸੀ ਹੈਗਾ। ਜਦੋਂ ਇਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਮਜ਼ਦੂਰਾਂ ਕਿਸਾਨਾਂ ਦੀ ਪਾਰਟੀ ਨੂੰ ਸਰਮਾਏਦਾਰਾਂ ਦੀ ਪਾਰਟੀ ਬਣਾਤਾ, ਫਿਰ ਵੀ ਤਕਲੀਫ ਹੋਈ ਅਕਾਲੀ ਦਲ ਨੂੰ। ਜਦੋਂ ਫਿਰ ਇਹਨਾਂ ਨੇ ਪਿੱਛੇ ਕਹਿ ਦਿੱਤਾ ਸੀ ਬਈ ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਪਿੱਛੇ ਹਟ ਜਾਣਾ ਚਾਹੀਦਾ, ਉਹ ਵੀ ਇਹਨਾਂ ਨੂੰ ਤਕਲੀਫ ਸੀ ਵੀ ਇਹ ਕੌਣ ਹੁੰਦੇ ਆ ਕਹਿਣ ਵਾਲੀਆਂ। ਸੋ ਇਹ ਗੱਲਾਂ ਬੜੇ ਇਸ਼ੂ ਸੀ। ਫਿਰ ਵੀ ਇਹ ਜੇ ਇਹ ਰਹਿਣਗੇ ਤਾਂ ਸਾਨੂੰ ਮਾਫ ਨਹੀਂ ਕਰਨਾ। ਇਸ ਕਾਰਨ ਕਰਕੇ ਇਹਨਾਂ ਨੇ ਜੀ ਕਮਜ਼ੋਰ ਲਾਏ ਨੇ ਬੰਦੇ। ਅਤ ਦੁਖਦਾਈ ਗੱਲ ਇਹ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਿੰਘ ਸਾਹਿਬ ਨੂੰ 2-2 ਚਾਰਜ ਦਿੱਤੇ ਨੇ। ਕੀ ਯਾਰ ਇਹਨਾਂ ਕੋਲ ਕੋਈ ਬੰਦੇ ਹੈ ਨਹੀਂਗੇ, ਗ੍ਰੰਥੀ ਸਿੰਘ ਹੈ ਨਹੀਂਗੇ? ਕੀ ਪੰਥ ਦੇ ਵਿੱਚੋਂ ਵਿਦਵਾਨ ਮੁੱਕ ਗਏ? ਕਿੰਨਾ ਦੇਖੋ ਜਲੂਸ ਕੱਢਿਆ ਜਾ ਰਿਹਾ। ਜਿਹੜਾ ਸੁਲਤਾਨ ਸਿੰਘ ਹੈ ਉਹ ਕੇਸਗੜ੍ਹ ਸਾਹਿਬ ਦਾ ਜਥੇਦਾਰ ਵੀ ਹੈ, ਦਰਬਾਰ ਸਾਹਿਬ ਦਾ ਗ੍ਰੰਥੀ ਵੀ ਹੈ। ਇਹ ਜਿਹੜਾ ਲਾਇਆ ਜਿਸ ਨੂੰ ਕਹਿੰਦੇ ਹੋ ਗਿਆ ਕੀ ਆ ਆਪਣਾ ਕੇਸਗੜ੍ਹ ਸਾਹਿਬ ਰਘਵੀਰ ਸਿੰਘ, ਇਹ ਜਿਹੜਾ ਹੈ ਇਹ 2 ਥਾਂ ਦੇ ਉੱਤੇ ਇਹ ਆ। ਇਹ ਉੱਥੋਂ ਦਾ ਹੈਗਾ ਉਹ ਐਕਟਿੰਗ, ਇੱਥੋਂ ਦਾ ਜਥੇਦਾਰ ਵੀ ਅਕਾਲ ਤਖਤ ਸਾਹਿਬ ਦਾ, ਅਤੇ ਇੱਧਰ ਦਾ ਕੰਮ ਚਲਾਊ ਜਿਹੜਾ ਹੈ ਗ੍ਰੰਥੀ ਵੀ ਰੱਖਿਆ ਗਿਆ। ਇਹਨਾਂ ਕੋਲ ਕੋਈ ਬੰਦੇ ਹੈ ਨਹੀਂ, ਸਿੰਘ ਹੈ ਨਹੀਂ। ਐਡੀਆਂ ਸੰਪਰਦਾਵਾਂ ਬੈਠੀਆਂ, ਉਹਨਾਂ ਦੇ ਵਿੱਚੋਂ ਲੈ ਕੇ ਸਿੰਘ ਸਾਹਿਬ ਲਾਏ ਜਾ ਸਕਦੇ ਸੀ, ਪਰੰਤੂ ਹੁਣ ਇਹ ਉਹਨਾਂ ਨੂੰ ਲਾਉਂਦੇ। ਜਿਹੜਾ ਬੰਦਾ ਇਹਨਾਂ ਦੀ ਬੋਲੀ ਬੋਲਦਾ, ਉਹ ਹੁਣ ਬੋਲੀ ਬੋਲਣ ਵਾਲੇ ਇਹਨਾਂ ਨੇ ਲਾ ਦਿੱਤੇ ਆ। ਥੋੜ੍ਹੇ ਦਿਨਾਂ ਨੂੰ ਬੋਲੀ ਬੋਲਣਗੇ। ਪਰ ਇੱਕ ਗੱਲ ਮੈਂ ਗਿਆਨੀ ਰਘਵੀਰ ਸਿੰਘ ਨੂੰ ਕਹਿਣੀ ਚਾਹੁੰਦਾ ਬਈ ਯਾਦ ਰੱਖੀ ਇੱਕ ਗੱਲ, ਤੁਸੀਂ ਵੀ ਇਹ ਗੱਲ ਯਾਦ ਰੱਖਿਓ ਸਿੰਘ ਸਾਹਿਬ, ਵੀ ਕਿਹੜੇ ਸਿੰਘ ਸਾਹਿਬ ਨਾਲ ਜਿਵੇਂ ਉਹ ਸ਼ਬਦ ਉਹ ਬੜਾ ਕਸੂਤਾ ਬੋਲ ਰਿਹਾ। ਕਦਮ ਦਾਦੂਵਾਲ ਜੀ ਕਹਿ ਰਹੇ ਸੀ, ਕਹਿੰਦੇ ਲੈ ਕੇ ਹਾਥੀ ਦੇ ਆਉਂਦੇ ਆ ਕਿ ਜਾਂਦੇ ਹੁੰਦੇ ਘੋੜੇ ਦੇ ਗਧੇ 'ਤੇ ਚੜ੍ਹਾ ਕੇ ਤੋਰ ਦਿੰਦੇ ਆ। ਇਹ ਤੁਹਾਡੇ ਨਾਲ ਵੀ ਐਂ ਉਹ ਇਹ ਨੈਪਕਿਨ ਵਾਂਗੂ ਨਾ ਤੁਹਾਨੂੰ ਐਂ ਪੂੰਝ ਕੇ ਜਿੱਦਾਂ ਤੁਸੀਂ ਇਹਨਾਂ ਦੇ ਕੰਮ ਦੇ ਨਾ ਰਹੇ ਤੁਹਾਨੂੰ ਚੱਕ ਕੇ ਰੱਦੀ ਦੀ ਟੋਕਰੀ ਦੇ ਵਿੱਚ ਜਿਵੇਂ ਅੱਗੇ ਸਿੰਘ ਸਾਹਿਬਾਂ ਨੂੰ ਸਿੱਟਦੇ ਨੇ। ਬਦੰਤੀ ਦਾ ਹਸਰ ਦੇਖ ਲਓ। ਉਹ ਗਿਆਨੀ ਗੁਰਬਚਨ ਸਿੰਘ ਜੀ ਨੇ ਅਤ ਘੋਰ ਪਾਪ ਕਰਕੇ ਕੌਮ ਦੇ ਗਲ ਦੇ ਵਿੱਚ ਆ ਬਹੁਤ ਵੱਡੀ ਲੜਾਈ ਸਰਸੇ ਵਾਲੀ ਦੀ ਪਾਈ, ਉਹਨੂੰ ਮਾਫੀ ਦੇ ਕੇ। ਉਹਨਾਂ ਨੂੰ ਕੋਈ ਪੁੱਛਦਾ, ਉਹਨਾਂ ਦਾ ਕੋਈ ਨਾਂ ਨਿਸ਼ਾਨ ਹੈਗਾ? ਤੁਹਾਡਾ ਵੀ ਨਹੀਂ ਰਹਿਣਾ। ਤੁਸੀਂ ਜਾਣਦੇ ਹੋ ਆਪਣੀਆਂ ਨਿੱਜੀ ਗਰਜਾਂ ਦੇ ਉੱਤੇ ਲੱਗ ਕੇ ਇਹਨਾਂ ਨੂੰ ਤੁਸੀਂ ਇਹ ਨਾ ਕਰੋ। ਕੋਈ ਸੱਜਣ ਕਹਿ ਰਿਹਾ ਕਿ ਵੀ ਸਪੋਕਸਮੈਨ ਅਕਾਲੀ ਦਲ ਦਾ ਕਹਿੰਦਾ ਬਈ ਇਹ ਕਹਿੰਦਾ ਵੀ ਵਿਦਵਾਨ ਤਾਂ ਇੱਥੇ ਕੌਮ ਦੇ ਵਿੱਚ ਬਹੁਤ ਹੈ, ਗਿਆਨੀ ਤਾਂ ਬਹੁਤ ਹੈ, ਅਤੇ ਸਿੰਘ ਸਾਹਿਬ ਕਹਿੰਦਾ ਅਕਾਲੀ ਫੂਲਾ ਸਿੰਘ ਹੋਣਾ ਚਾਹੀਦਾ। ਅਕਾਲੀ ਫੂਲਾ ਸਿੰਘ ਹੈ? ਇਹਦੀ ਕਾਰਗੁਜ਼ਾਰੀ ਤਾਂ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਕੇਸਗੜ੍ਹ ਸਾਹਿਬ ਜਿੱਦਾਂ ਸਰਸੇ ਵਾਲਿਆਂ ਦੇ ਸਾਧ ਦੇ ਚੇਲੇ ਨੇ, ਸੌਦੇ ਦੇ ਨੇ, ਕਿਤੇ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਤੰਬਾਕੂ ਦਾ ਸੇਵਨ ਕਰਕੇ ਉੱਥੇ ਸੁੱਟਿਆ, ਧੂੰਆਂ ਮਾਰਿਆ ਸਤਿਗੁਰੂ ਵੱਲ, ਉੱਦਾਂ ਹੀ ਪਤਾ ਲੱਗ ਗਿਆ ਸੀ ਇਹਦਾ ਅਕਾਲੀ ਫੂਲਾ ਸਿੰਘ ਵਰਗੇ ਦਾ। ਤਾਂ ਉੱਦਾਂ ਹੀ ਪਤਾ ਲੱਗ ਗਿਆ ਸੀ ਇਹ ਬੋਲਦਾ ਜਦੋਂ ਤੁਸੀਂ ਕਿੰਨਾ ਕਮਜ਼ੋਰ ਬੰਦਾ ਲਾ ਦਿੱਤਾ ਕੌਮ ਨੂੰ। ਹੋਰ ਰਸਾਤਲ ਵੱਲ ਮੈਂ ਤਾਂ ਬੇਨਤੀ ਕਰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਬਹੁਤ ਕੌਮ ਦਾ ਨੁਕਸਾਨ ਹੋ ਗਿਆ, ਬਹੁਤ ਕੌਮ ਦਾ ਨੁਕਸਾਨ ਹੋ ਗਿਆ। ਪ੍ਰਧਾਨ ਸਾਹਿਬ ਐਸੀਆਂ ਗੱਲਾਂ ਨਾ ਕਰੋ। ਸਾਰੀ ਗੱਲ ਜੋ ਕੋਈ ਪਾਰਦਰਸ਼ੀ ਕਰੋ। ਬਹੁਤ ਅੱਛੇ ਬੰਦੇ ਹੋ ਤੁਸੀਂ, ਤੁਹਾਡੀ ਇਮਾਨਦਾਰੀ ਤੋਂ ਮੈਂ ਹਮੇਸ਼ਾ ਕਿਹਾ ਵੀ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਜਿਹੜੇ ਹੈ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਬੜੇ ਇਮਾਨਦਾਰ, ਬੜੇ ਹੋਨੈਸਟ ਪਰਸਨ ਨੇ, ਸ਼ਰੀਫ ਨੇ, ਮਿੱਠ ਬੋਲੜੇ ਨੇ, ਪਰੰਤੂ ਉਹਨਾਂ ਦਾ ਮਿੱਠਾ ਬੋਲਣਾ, ਉਹਨਾਂ ਦਾ ਸ਼ਰੀਫ ਹੋਣਾ ਇਹ ਕੋਈ ਬਾਹਲਾ ਮਹਿਣੇ ਨਹੀਂ ਰਖਾਉਣਾ ਅਗਰ ਕੌਮ ਨੂੰ ਉਹਨਾਂ ਨੇ ਢੱਠੇ ਉਹਦੇ ਵਿੱਚ ਸਿੱਟ ਦਿੱਤਾ। ਸੋ ਸਿੰਘ ਸਾਹਿਬ ਦੀ ਨਿਯੁਕਤੀ ਹੋਈ ਹੈ ਜੀ, ਕਿਹਦੀ ਹੈ? ਮੈਂ ਇੱਧਰੋਂ ਇੱਕ ਨੂੰ ਕੱਢ ਕੇ ਸਿੱਟ ਦਿੱਤਾ, ਇੱਕ ਨੂੰ ਲਿਆ ਕੇ ਲਾ ਦਿੱਤਾ, ਇਹ ਨਿਯੁਕਤੀ ਹੋਈ ਹੈ। ਬਿਲਕੁਲ ਨਹੀਂ ਜੀ, ਕਦੇ ਹੋ ਹੀ ਨਹੀਂ ਸਕਦਾ। ਤੁਸੀਂ ਮੇਰੀ ਗੱਲ ਸੁਣ ਲਓ। ਇੱਕ ਜ਼ਮਾਨਾ ਇਹ ਸੀ ਜਦੋਂ ਅਖਬਾਰਾਂ ਹੁੰਦੀਆਂ ਸੀ ਇਕੱਲੀਆਂ। ਹੁਣ ਤਾਂ ਸੋਸ਼ਲ ਮੀਡੀਆ ਹਰ ਬੰਦੇ ਦੇ ਜੇਬ ਦੇ ਵਿੱਚ, ਅਨਪੜ੍ਹ ਤੋਂ ਅਨਪੜ੍ਹ ਬੰਦਾ ਜਿਹੜਾ ਉਹਦੀ ਜੇਬ ਦੇ ਵਿੱਚ ਟੱਚ ਫੋਨ ਹੈ। ਹਰੇਕ ਬੰਦਾ ਦੇਖਦਾ। ਇਸ ਤਰ੍ਹਾਂ ਪੈਂਟ ਨਹੀਂ ਜਵਾ ਸਕਦਾ, ਇੱਕੋ ਗੱਲ ਨਾਲ ਜਮਾਈ ਜਾ ਸਕਦੀ ਆ। ਅੱਗੇ ਵੀ ਮੈਂ ਕਿਹਾ ਸੀ ਵੀ ਸੁਖਬੀਰ ਬਾਦਲ ਜਾਵੇ ਸਿੱਧਾ ਸ੍ਰੀ ਅਕਾਲ ਤਖਤ 'ਤੇ, ਉਹ ਜਾ ਕੇ ਕਹੇ ਵੀ ਸਾਥੋਂ ਅਸੀਂ ਚਲਾਈ ਗੋਲੀ, ਅਸੀਂ ਸਿੰਘ ਕੀਤੇ ਸ਼ਹੀਦ, ਉਹ ਸਾਡੀ ਨਲਾਇਕੀ, ਅਸੀਂ ਕੀਤਾ ਸਾਰਾ ਕੁਝ, ਮੈਂ ਜ਼ਿੰਮੇਵਾਰ ਹੈ। ਮੰਨੇ ਗ੍ਰਹਿ ਮੰਤਰੀ ਸੀ। ਇਹ ਕਹੇ ਵੀ ਸਾਡੀ ਅਕਾਲੀ ਦਲ ਦੀ ਹਕੂਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅਸੀਂ ਕੁਝ ਕਰ ਨਹੀਂ ਸਕੇ, ਅਸੀਂ ਸਰਸੇ ਵਾਲੇ ਨੂੰ ਮਾਫੀ ਦਿੱਤੀ, ਗਲਤ ਦਿੱਤੀ, ਇਸ਼ਤਿਹਾਰ ਦਿੱਤੇ ਗਲਤ। ਇਹ ਜਾ ਕੇ ਸਿੱਧਾ ਹੋ ਕੇ ਗੱਲ ਕਰੇ ਫਿਰ ਤਾਂ ਹੋ ਸਕਦਾ। ਇਹ ਆਪਣੇ ਪਿਤਾ ਜੀ ਦੇ ਭੋਗ 'ਤੇ ਵੀ ਉਹਦੇ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਅਜੇ ਵੀ ਲੋਕਾਂ ਨੂੰ ਇਹ ਦੇਖੋ ਕਿਵੇਂ ਕਿਸ ਤਰ੍ਹਾਂ ਮੂਰਖ ਬਣਾਇਆ ਜਾ ਰਿਹਾ ਪੰਜਾਬੀਆਂ ਨੂੰ ਅਤੇ ਸਿੱਖਾਂ ਨੂੰ। ਸੋ ਇਹਦਾ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਮੇਰੀ ਅੱਜ ਦੀ ਗੱਲ ਯਾਦ ਰੱਖਿਓ, ਲਿਖ ਕੇ ਰੱਖਿਓ। ਮੇਰੀ ਕੋਈ ਉਹ ਨਹੀਂ, ਮੈਂ ਚਾਹੁੰਦਾ ਵੀ ਅਕਾਲੀ ਦਲ ਤਕੜਾ ਹੋਵੇ, ਮੈਂ ਅਕਾਲੀ ਦਲ ਦੇ ਨਾਲ ਹੈ। ਜਦ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਹਰ ਇੱਕ ਬੰਦੇ ਦੇ ਆਪਣੇ ਆਪਣੇ ਲੇਖ ਹੁੰਦੇ ਨੇ। ਇਸ ਬੰਦੇ ਦੇ ਕਰਮਾਂ ਦੇ ਵਿੱਚ ਇਹ ਲੇਖ ਹੈ ਇਹਦਾ ਵੀ ਇਹ ਪਾਰਟੀ ਨੂੰ ਆਪ ਤਾਂ ਇਹਨੇ ਕੁਛ ਨਹੀਂ ਬਣਨਾ। ਇਹ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੈ ਕੇ ਡੁੱਬਿਆ ਹੋਇਆ। ਜਿਹੜੀ ਕੋਈ ਰਹਿੰਦੀ ਰੂਹ ਦੀ ਕਸਰ ਆ ਇਸ ਬੰਦੇ ਨੇ ਕੱਢ ਦੇਣੀ ਆ। ਸੋ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਣਾ। ਮੈਂ ਤਾਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਡਰੋ। ਦਰਬਾਰ ਸਾਹਿਬ ਆਪਣੀ ਦਰਗਾਹ ਹੈ, ਸਿੱਖਾਂ ਦਾ ਸੱਚਖੰਡ ਹੈ। ਉੱਥੇ ਉਹਨੂੰ ਨਾ ਤੁਸੀਂ ਆਪਣੇ ਹਿੱਤਾਂ ਵਾਸਤੇ ਨਾ ਵਰਤੋ ਜੇ ਬਚਣਾ।
अगर नहीं तो फिर बंदा ये गल हुंदी है भी जिहड़ा बंदा जदों गुस्ताखियां करदा फिर एक तो एक स्टैप बाई स्टैप करदा जांदा ते नष्ट हो जांदा, इहनूं कोई फायदा नहीं होना। ये गल थोड़ी मैं प्रैस दे विच कह दित्ती, ये तुसीं लिख के रख लो। जे अज ये पासे हो जे अज अकाली दल नूं लोग चाहुंदे ने, देखो अकाली दल वर्गी पार्टी, इन्हां वर्गियां कोई सेवावां, इन्हां वर्गा कुछ नहीं हो सकदा। सो अज लोग चाहुंदे ने जे पासे हो जे तां ही ये गल ठीक आ सकदी है, नहीं ये ठीक नहीं, उहनूं जो मर्जी कर लैण सारे। देखो मेरी बेनती है भी एक आनंदपुर साहिब दे मते दे विच साडी ये मंग सी, असीं देखदे रहे हां भी हरमंदर साहिब दे विच उदों टीवी तां दे भी ट्रांसमीटर लाया जावे, गुरबाणी दा सिद्धा प्रसारण होवे। साडी मंग सी आनंदपुर साहिब दे मते दे विच। समां बदलिया हुण जे सरकार कहंदी है भी लाउने आ ਤਾਂ ਸਰਕਾਰ ਹੁਣ SGPC ਨੂੰ ਪਤਾ ਲੱਗ ਗਿਆ ਵੀ ਇਹ ਗਲਤ ਹੈ। ਹੁਣ ਨਹੀਂ SGPC ਕਹਿੰਦੀ। ਕਿੰਨੇ ਦੁੱਖ ਦੇ ਨਾਲ ਕਹਿਣਾ ਪੈਂਦਾ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਵੀ PTC ਚੈਨਲ ਨੂੰ ਛੱਡ ਦਿਓ, ਤੁਸੀਂ ਇੱਥੇ ਆਪਣਾ ਟਰਾਂਸਮੀਟਰ ਲਾਓ। ਦੁਨੀਆ ਨੇ ਪ੍ਰਾਈਵੇਟ ਬਹੁਤ ਜ਼ਿਆਦਾ ਚੱਲ ਰਿਹਾ ਕੰਮ ਜੀ, ਸਾਰੀਆਂ ਧਰਮਾਂ ਨੇ ਲਾ ਲਿਆ। ਦੇਖੋ ਤੁਸੀਂ ਅਲ ਜਜ਼ੀਰਾ ਵਗੈਰਾ ਹੋਰ ਧਰਮਾਂ ਦੇ ਕਿੰਨੇ ਨੇ ਜਿਹੜੇ ਆਪਣੀ ਬਰੋਡਕਾਸਟਿੰਗ ਆ ਉਹਨਾਂ ਦੀ, ਜਿਨ੍ਹਾਂ ਦੇ ਆਪਣੇ ਅਖਬਾਰ ਨੇ, ਸਾਰਾ ਕੁਛ ਉਹਨਾਂ ਦਾ ਆਪਣਾ। ਸਿੰਘ ਸਾਹਿਬ ਨੇ ਹੁਕਮ ਵੀ ਕੀਤਾ, ਉਦੋਂ ਕਿਹਾ ਵੀ ਚਾਹੇ YouTube ਦੇ ਉੱਤੇ ਸ਼ੁਰੂ ਕਰੋ। ਇਹਨਾਂ ਨੇ ਕੁਛ ਨਹੀਂ ਕੀਤਾ। क्यों नहीं किया? क्योंकि PTC जिहड़ा है वो सुखबीर सिंह दा हैगा, ਉਹਨੂੰ ਉਹਦੇ ਹਿੱਤਾਂ ਵਾਸਤੇ ਇਹਨਾਂ ਨੇ ਉਹ ਨਹੀਂ ਕੀਤਾ, ਉਹ ਆਪਣਾ ਚੈਨਲ ਨਹੀਂ ਬਣਾਇਆ। ਜਦੋਂ ਅਸੀਂ ਸ਼ੁਰੂ ਦੇ ਵਿੱਚ ਇਹ ਆਉਣ ਲੱਗਿਆ ਇਹਦਾ ਪ੍ਰਸਾਰਨ, ਉਦੋਂ ETC ਦੇ ਨਾਲ ਸਮਝੌਤਾ ਹੋਇਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ETC ਨੇ ਇਹਨਾਂ ਨੂੰ 2 ਕਰੋੜ ਰੁਪਈਆ ਦਿੱਤਾ, 1.5 ਲੱਖ ਕਰੋੜ ਰੁਪਈਆ ਦਿੱਤਾ। ਪਹਿਲਾਂ 50 ਲੱਖ ਰੁਪਈਆ ਵਿੱਦਿਆ ਫੰਡ ਉਹਨਾਂ ਨੇ ਪਰ ਈਅਰ ਦੇਣਾ ਸੀ ਇਹਨਾਂ ਨੂੰ, ਇਹਨਾਂ ਨੇ ਕਦੇ ਦਿੱਤਾ। ਹੁਣ ਜਿਨ੍ਹਾਂ ਦੇ ਮਗਰ ਲੱਗੇ ਹੋਏ ਨੇ ਉਹ ਹੁਣ ਮੇਰਾ ਖਿਆਲ ਆ ਇਹਨਾਂ ਦਿਨਾਂ ਦੇ ਵਿੱਚ ਹੀ ਉਹਦਾ ਜਿਹੜੀ ਮਿਆਦ ਆ ਉਹ ਸਟੈਂਡਰਡ ਦੀ ਜਿਹੜੀ ਖਤਮ ਹੋ ਰਹੀ ਹੈ, ਜਿੱਥੇ ਉਹ ਸਾਰਾ ਕੁਝ ਹੋ ਰਿਹਾ। ਸੋ ਇਹਦੇ ਕਾਰਨ ਤਾਂ ਇਹ ਹੈ ਵੀ ਕਿਉਂ ਦਖਲ ਅੰਦਾਜ਼ੀ ਹੋਈ। ਜੇ ਮੈਂ ਭਗਵੰਤ ਸਿੰਘ ਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ, ਤੁਹਾਡੀਆਂ ਬਹੁਤ ਗੱਲਾਂ ਅੱਛੀਆਂ ਹੋ ਸਕਦੀਆਂ, ਤੁਸੀਂ ਕਰਪਸ਼ਨ ਦੇ ਉੱਤੇ ਕੰਮ ਕਰ ਰਹੇ ਹੋ, ਚੰਗੀ ਗੱਲ ਹੈ, ਤੁਸੀਂ ਆਪ ਇਮਾਨਦਾਰੀ ਦਿਖਾਉਂਦੇ, ਚੰਗੀ ਗੱਲ ਹੈ। ਪਰ ਜਿਹੜੀ ਤੁਸੀਂ CM ਸਾਹਿਬ ਆ ਖੇਡ ਰਹੇ ਕਰ ਰਹੇ ਹੋ ਨਾ ਦਰਬਾਰ ਸਾਹਿਬ ਵਾਸਤੇ, ਅੱਜ ਕੋਈ ਅਮੈਂਡਮੈਂਟ ਕਰਨੀ ਹੈ, ਤੁਸੀਂ ਅੱਜ ਜਿਹੜੀ ਸੋਧ ਕਰਨੇ ਹੋ ਗੁਰਦੁਆਰਾ ਐਕਟ ਦੇ ਵਿੱਚ, ਇਹ ਤੁਸੀਂ ਅੱਗ ਨਾਲ ਨਾ ਖੇਡੋ। ਇਹ ਤੁਹਾਡੇ ਵਾਸਤੇ ਬਹੁਤ ਗਲਤ ਗੱਲ ਹੈ। ਤੁਹਾਡੀਆਂ ਸਾਰੀਆਂ ਗੱਲਾਂ ਜਿੱਥੇ ਚੰਗੀਆਂ ਗੱਲਾਂ ਸੀ ਐਪਰੀਸ਼ੀਏਟ ਕੀਤਾ, ਪਰ ਆਹ ਤੁਸੀਂ ਆਪਣੇ ਮੱਥੇ ਦੇ ਉੱਤੇ ਕਾਲਾ ਕਲੰਕ ਨਾ ਲਵਾਓ। ਇਹ ਇਤਿਹਾਸ ਨੇ ਤੁਹਾਨੂੰ ਕਦੇ ਮਾफ़ ਨਹੀਂ ਕਰਨਾ। ਤੁਸੀਂ ਯਾਰ ਜਿਹੜਾ ਉੱਠਦਾ ਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉੱਠ ਕੇ ਹੁਣ ਤੁਸੀਂ ਦਖਲਅੰਦਾਜ਼ੀ ਕਰਨ ਲੱਗ ਗਏ। ਬੇਸ਼ੱਕ ਨਲਾਇਕੀਆਂ, ਅਕਾਲੀ ਦਲ ਦੀਆਂ ਨਲਾਇਕੀਆਂ ਕਰਕੇ ਸਾਰਾ ਕੁਝ ਹੋਇਆ। ਹਰਿਆਣਾ ਕਮੇਟੀ ਵੱਖਰੀ ਬਣੀ, ਅੱਜ ਇਹ ਲੋਕਾਂ ਨੂੰ ਟਾਈਮ ਮਿਲ ਗਿਆ। ਅੱਜ ਭਗਵੰਤ ਸਿੰਘ ਕਹਿ ਰਿਹਾ, ਕਹਿੰਦਾ ਵੀ ਜਦੋਂ ਹਰਿਆਣਾ ਕਮੇਟੀ ਵੱਖਰੀ ਬਣ ਸਕਦੀ ਹੈ, ਇਹ ਕਿਉਂ ਨਹੀਂ ਹੋ ਸਕਦਾ? ਤੁਸੀਂ ਚੈਨਲਾਂ ਨੂੰ ਉੱਥੇ ਖੁੱਲ੍ਹ ਦੇ ਕੇ ਧਰ ਦਿਓਗੇ। ਕੋਈ ਚੈਨਲ ਵਿਚਾਲੇ ਗੁਰਬਾਣੀ ਰੋਕਿਆ ਕਰੂਗਾ, ਉਹਦੇ ਵਿੱਚ ਉਹ ਨੱਚਣ ਵਾਲੀਆਂ ਦਾ ਡਾਂਸ ਆ ਜਾ ਕਰੂ, ਉਹਦੇ ਵਿੱਚ ਸਾਬਣਾਂ ਦੀ, ਸ਼ੈਂਪੂਆਂ ਦੀ ਮਸ਼ਹੂਰੀ ਆਉਣ ਲੱਗ ਜੂ, ਉਹਦੇ 'ਚ ਕੱਪੜਿਆਂ ਦੀ ਮਸ਼ਹੂਰੀ ਆਉਣ ਲੱਗ ਜੂ। ਕੌਣ ਕਿਹਨੂੰ ਕਿਹੜੇ ਚੈਨਲ ਨੂੰ ਦੇਖੂਗਾ? ਸੋ ਮੈਂ ਤਾਂ ਜ਼ਰੂਰ ਕਹਿੰਦਾ ਵੀ ਇਹ ਗੱਲ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ। ਇਹ ਜੇ ਅਗਰ ਇਹ ਸਰਕਾਰ ਕਰੂ ਤਾਂ ਯਾਦ ਰੱਖਿਓ ਇਤਿਹਾਸਕ ਤੌਰ ਦੇ ਉੱਤੇ ਇਹ ਇਹਨਾਂ ਨੂੰ ਕਦੇ ਪੰਜਾਬੀ ਆ ਜਿਹੜੇ ਪੰਥ ਮਾफ़ ਨਹੀਂ ਕਰੂ। ਬੇਸ਼ੱਕ ਮੇਰੇ ਲੱਖ ਕਿਸੇ ਨਾਲ ਮਤਭੇਦ ਹੋ ਸਕਦੇ ਨੇ, ਕਮੇਟੀ ਦੇ ਵਿੱਚ ਮੇਰੇ ਹੋ ਸਕਦੇ ਨੇ, ਪਰ ਇਸ ਗੱਲ ਦੇ ਵਿੱਚ ਅਸੀਂ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੈ। ਅਸੀਂ ਡਟ ਕੇ ਖੜਾਂਗੇ। ਇਹ ਗੱਲ ਬਿਲਕੁਲ ਗਲਤ ਹੈ। ਇਹ ਬਰੋਡਕਾਸਟਿੰਗ ਹੈ ਜਿਹੜੀ ਨਹੀਂ ਹੋਣੀ ਚਾਹੀਦੀ, ਪਰ ਕਮੀਆਂ ਸਾਡੀਆਂ ਨੇ। PTC ਨੂੰ ਜਿਹੜਾ ਸਾਰਾ ਕੁਝ ਦੇਣ ਵਾਸਤੇ, ਦੇਖੋ ਜਿੰਨੇ ਚਿਰ ਦੀ ਚੱਲਦੀ ਹੈ ਤੁਸੀਂ ਕਦੇ ਧਿਆਨ ਦੇਖੋ, ਉਹ ਐਡੀਆਂ ਤਾਂ ਮਸ਼ੀਨਾਂ ਨੇ ਜਿਹੀਆਂ PTC ਦੀ। ਅੱਜ ਤਾਂ ਵੀਡੀਓ ਕੈਮਰੇ ਛੋਟੇ ਛੋਟੇ ਆ ਗਏ, ਇੰਨੀ ਜਿਹੜੀ ਹੈ ਟੈਕਨੋਲੋਜੀ ਉੱਪਰ ਚਲੀ ਗਈ ਆ। ਛੋਟੇ ਛੋਟੇ ਕੈਮਰਿਆਂ ਦੇ ਨਾਲ ਸਾਰਾ ਕੁਝ ਰਿਲੇ ਕੀਤਾ ਜਾਂਦਾ। ਉਹ ਪੁਰਾਣੇ ਕੈਮਰੇ ਨੇ ਐਡੇ 5-5 ਪਸੇਰੀਆਂ ਦੇ, ਉਹਨਾਂ ਦੀਆਂ ਲੀਡਾਂ ਦੀ ਟੁੱਟੀਆਂ ਹੁੰਦੀਆਂ ਜੜ੍ਹਾਂ ਦੇ ਵਿੱਚੋਂ ਮੈਂ ਦੇਖਿਆ ਹੁੰਦਾ, ਉਹਨਾਂ ਦੇ ਧਾਗੇ ਲਪੇਟੇ ਹੁੰਦੇ ਨੇ। ਸੋ ਪੁਰਾਤਨ ਤੋਂ ਉਹ ਜਿਹੜੇ ਜਦੋਂ ਦੇ, ਕਿਉਂਕਿ ਉੱਥੇ ਉਹਨਾਂ ਨੂੰ ਕੋਈ ਕਹਿਣ ਵਾਲਾ ਨਹੀਂ ਹੈ, ਉਹ ਸੁਖਬੀਰ ਬਾਦਲ ਦੇ ਨੇ, ਉਹਨਾਂ ਨੂੰ ਕੌਣ ਕਹੂਗਾ? ਸੋ ਜਿਹੜੀ ਇਹਦਾ PTC ਚੈਨਲ ਚਾਂਚ ਲਾਉਂਦੇ ਤਾਂ ਨਹੀਂ ਗੁਰਬਾਣੀ ਦਾ ਖਹਿੜਾ ਛੱਡਦੇ ਵੀ ਇਹ ਕੇਬਲ ਤੇ ਇਹਨਾਂ ਦੇ ਆਉਂਦਾ। ਸਰ ਸਿੱਖ ਦੀ ਜ਼ਰੂਰਤ ਹੈ ਗੁਰਬਾਣੀ ਸੁਣਨੀ, ਦਰਬਾਰ ਸਾਹਿਬ ਦੇ ਦਰਸ਼ਨ ਕਰਨੇ। ਉਹ ਫਿਰ ਜਦੋਂ ਲੈਂਦਾ ਤਾਂ ਇਹ 200-300 ਰੁਪਈਆ ਇਹਨਾਂ ਦਾ 12 ਹੀ ਉਸ ਨੂੰ ਭਰਦਾ ਹੈ। ਜੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ, ਭਗਵੰਤ ਸਿੰਘ ਨੂੰ, ਵੀ ਜੇ ਇਹ ਚਾਹੁੰਦੇ ਨੇ ਵੀ ਬਹੁਤ ਇਹਨਾਂ ਨੂੰ ਖਿਆਲ ਹੈ ਇਸ ਗੱਲ ਦਾ, ਤੇ ਜਲੰਧਰ ਦੂਰਦਰਸ਼ਨ ਦੇ ਉੱਤੇ ਚਲਾ ਦਿਆ ਕਰਨ, ਫਰੀ ਦੇ ਵਿੱਚ ਚਲਾ ਦਿਆ ਕਰਨ, ਸਵੇਰੇ ਸ਼ਾਮ ਦਿਖਾ ਦਿਆ ਕਰਨ। ਇਹ ਸਾਰਿਆਂ ਲੋਕਾਂ ਨੂੰ ਦੇਣ ਲੱਗੇ ਹੋਏ ਨੇ। ਇਹ ਅਧਿਕਾਰ ਦੇ ਕੇ ਕੀ ਕਰਨਾ ਚਾਹੁੰਦੇ ਨੇ? ਪਹਿਲਾਂ ਇਹਨਾਂ ਨੇ ਖੂਹ ਪੱਟਿਆ ਸੀ, ਹੁਣ ਤੁਸੀਂ ਖਾਤਾ ਪੱਟਣ ਲੱਗੀ ਹੋਈ ਹੈ ਸਰਕਾਰ। ਕਮੀਆਂ ਬੇਸ਼ੱਕ ਇਹਨਾਂ ਦੀਆਂ ਆਪਦੀਆਂ, ਇਹਨਾਂ ਨੇ ਆਪ ਦਾ ਚੈਨਲ ਕਿਉਂ ਨਹੀਂ ਬਣਾਇਆ? ਮੈਂ ਤਾਂ ਹੁਣ ਵੀ ਅੱਜ ਵੀ ਕਹਿੰਦਾ, ਮੈਂ ਤਾਂ ਧਾਮੀ ਸਾਹਿਬ ਨੂੰ ਬੇਨਤੀ ਕਰਦਾ ਕਿ ਕੋਈ ਆਪਣੇ ਕੋਲ ਪੈਸੇ ਨਹੀਂ, ਤੁਸੀਂ ਆਪਣਾ ਚੈਨਲ ਕਿਉਂ ਨਹੀਂ ਚਲਾਉਂਦੇ? ਉੱਥੋਂ ਸਿੱਧੀ ਗੁਰਬਾਣੀ ਰਿਲੇ ਕਰੋ, ਲੋਕਾਂ ਨੂੰ ਫਰੀ ਦਿਓ।
ਤੁਸੀਂ ਚਾਹੇ ਸਾਰਾ ਦਿਨ ਗੁਰਬਾਣੀ ਸੁਣਾਓ, ਤੁਹਾਨੂੰ ਕੋਈ ਕਹੇ ਹੀ ਨਾ ਕੁਛ ਹੈ। ਜਦੋਂ ਤੁਸੀਂ ਜਿੰਨਾ ਚਿਰ ਤੁਸੀਂ ਸੁਖਬੀਰ ਬਾਦਲ ਦੀ ਬੁੱਕਲ ਦੇ ਵਿੱਚੋਂ ਬਾਹਰ ਨਹੀਂ ਨਾ ਨਿਕਲਦੇ, ਇਹ ਜਿਹੜਾ PTC ਆ ਇਹ ਤੋਂ ਪਰੇ ਨਹੀਂ ਹੁੰਦੇ, ਤਦ ਤੱਕ ਤੁਹਾਡਾ ਜਿਹੜਾ ਗੁਜ਼ਾਰਾ ਨਹੀਂ ਹੋ ਸਕਦਾ। ਕਰੋੜਾਂ ਰੁਪਈਆ ਗੁਰਦੁਆਰਾ ਸਾਹਿਬ ਦੇ ਉੱਤੋਂ ਕਮਾ ਗਿਆ PTC। ਇਹ ਕਹਿਣਗੇ ਜੀ ਉਹ ਫਲਾਣੇ ਥਾਂ ਇਹਨੇ ਫ੍ਰੀ ਕਰਤਾ, ਧਿਉਂਕੇ ਤਾਂ ਫ੍ਰੀ ਕਰ ਦਿੱਤਾ। ਸੋ ਕਰੋੜਾਂ ਰੁਪਈਆ ਸੀ ਜਿਹੜੀ ਗੁਰੂ ਘਰ ਨੂੰ ਆਮਦਨ ਆ ਸਕਦੀ ਸੀ। ਇਹ ਤੁਹਾਡੀਆਂ ਗਲਤੀਆਂ ਕਰਕੇ ਅੱਜ ਭਗਵੰਤ ਸਿੰਘ ਮਾਨ ਨੂੰ ਇਸ ਗੱਲ ਦਾ ਦਖਲਅੰਦਾਜ਼ੀ ਕਰਨ ਦਾ ਮੌਕਾ ਮਿਲ ਗਿਆ। ਸੋ ਮੈਂ ਫੇਰ ਬੇਨਤੀ ਕਰਦਾ CM ਸਾਹਿਬ ਨੂੰ ਵੀ ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਕਾਲਾ ਅਧਿਆਇ ਹੋਊਗਾ। ਤੁਹਾਨੂੰ ਆਉਣ ਵਾਲਾ ਸਮਾਂ ਕਦੇ ਸਿੱਖ ਕੌਮ ਮਾफ़ ਨਹੀਂ ਕਰੂਗੀ। ਤੁਸੀਂ ਗੁਰਦੁਆਰਾ ਦਰਬਾਰ ਸਾਹਿਬ ਦੀ ਦਖਲਅੰਦਾਜ਼ੀ, ਤੁਸੀਂ ਸੁਖਬੀਰ ਨਾਲ ਲੜੋ, ਸਾਨੂੰ ਕੋਈ ਇਤਰਾਜ਼ ਨਹੀਂ। ਅਕਾਲੀ ਦਲ ਨੂੰ ਫਾਈਟ ਕਰੋ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ, ਪੋਲੀਟੀਕਲ ਗੱਲ ਹੈ। ਪਰੰਤੂ ਹੁਣ ਤੁਸੀਂ ਜਿਹੜੀ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਹੋ ਨਾ, ਇਹਦੇ ਵਾਸਤੇ ਮੈਂ ਜ਼ਰੂਰ ਕਹਿਣਾ ਵੀ ਇਹ ਤੁਹਾਨੂੰ ਨਹੀਂ ਕਰਨੀ ਚਾਹੀਦੀ। ਇਹਦੇ ਵਾਸਤੇ ਮੈਂ ਜ਼ਰੂਰ CM ਸਾਹਿਬ ਨੂੰ ਬੇਨਤੀ ਕਰੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦਾ। ਸਿੰਘ ਸਾਹਿਬ ਦੀ ਤੁਸੀਂ ਗੱਲ ਨਾ ਮੰਨੀ, ਜਿਨ੍ਹਾਂ ਨੂੰ ਕਹਿੰਦੇ ਹੋ ਸਿੰਘ ਸਾਹਿਬ ਬੜਾ ਸਰਮੌਰ ਹੁੰਦੇ ਆ ਜੀ, ਸਿੰਘ ਸਾਹਿਬ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਸਿਰ ਦੇ ਉੱਤੇ ਬਿਠਾਈ ਫਿਰਦੀ ਆ। ਇਹਨਾਂ ਨੂੰ ਤੁਸੀਂ ਪੈਰਾਂ 'ਚ ਵੀ ਨਹੀਂ ਰੱਖਦੇ। ਮੈਨੂੰ ਸਾਰਾ ਪਤਾ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਅੰਦਰਲੀਆਂ ਗੱਲਾਂ ਦਾ ਕੀ ਆਪਾਂ ਕਿੰਨੀ ਕੁ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਹਾਂ। ਇਹਨਾਂ ਨੂੰ ਵਰਤੋ ਨਾ, ਇਹਨਾਂ ਨੂੰ ਜੇ ਸਿੰਘ ਸਾਹਿਬ ਆ ਸਿੰਘ ਸਾਹਿਬ ਰਹਿਣ ਦਿਓ। ਪਹਿਲੇ ਹੀ ਅਕਾਲ ਤਖਤ ਸਾਹਿਬ ਦੇ ਉੱਤੇ ਲੋਕ ਬੜਾ ਕਿੰਤੂ ਪਰੰਤੂ ਕਰ ਰਹੇ ਨੇ। ਤੁਸੀਂ ਜੇ ਉਹਨਾਂ ਦੀ ਗੱਲ ਮੰਨੀ ਹੁੰਦੀ ਉਹਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ, ਤਾਂ ਤੁਹਾਨੂੰ ਆਹ ਦਿਨ ਦੇਖਣੇ ਨਹੀਂ ਸੀ ਪੈਂਦੇ। ਪਰੰਤੂ ਤੁਸੀਂ ਉਹ ਕੁਛ ਕਰਦੇ ਹੋ ਜੋ ਸੁਖਬੀਰ ਬਾਦਲ ਨੂੰ ਹੁੰਦਾ। ਕਿੱਥੇ ਕੀ ਯਾਰ ਕੋਹਲੀ ਦੀ ਗੱਲ, ਕੋਹਲੀ ਨੂੰ ਕਹਿੰਦੇ ਸੀ ਵੀ ਸਾਰੇ ਪੈਸੇ ਵਾਪਸ ਕਰਾਵਾਂਗੇ, ਕਰਾਤੇ ਵਾਪਸ ਇਹਨਾਂ ਨੇ। ਕੋਹਲੀ ਕੌਣ ਸੀ? ਉਹ ਇਹਨਾਂ ਦਾ ਸੁਖਬੀਰ ਦਾ ਕਾਰੋਬਾਰ ਦੇਖਦਾ ਸੀ, ਇਹਨਾਂ ਦਾ CA ਸੀ, ਦਰਬਾਰ ਸਾਹਿਬ ਤੋਂ ਪੈਸੇ ਲੈਂਦਾ ਸੀ, ਕੰਮ ਸੀ ਸਾਡੇ ਜਿਹੜੇ ਇਹਨਾਂ ਦੀ ਟਰਾਂਸਪੋਰਟ ਇਹਨਾਂ ਹੀ ਦੇਖਦਾ ਸੀ। ਸੋ ਮੇਰੀ ਬੇਨਤੀ ਹੈ ਵੀ ਇਹ ਗੱਲਾਂ ਲੋਕ ਭੁੱਲਦੇ ਨਹੀਂ ਹੁੰਦੇ, ਲੋਕਾਂ ਨੂੰ ਸਾਰੀਆਂ ਗੱਲਾਂ ਯਾਦ ਰਹਿੰਦੀਆਂ ਨੇ। ਲੋਕਾਂ ਦੀ ਜਿਹੜੀ ਹੈ ਜਿਹੜੀ ਆਪਾਂ ਇਹ ਗੱਲ ਕਹਿੰਦੇ ਯਾਦ ਸ਼ਕਤੀ ਇੰਨੀ ਕਮਜ਼ੋਰ ਨਹੀਂ। ਅੱਜ ਤਾਂ ਹਰ ਗੱਲ ਇਹਦੇ ਵਿੱਚ ਪਈ ਆ, ਉਹ ਹਰ ਸਮੇਂ ਬੇਸਮੇਂ ਸਾਡੇ ਮੂਹਰੇ ਆਉਂਦੀ ਰਹਿੰਦੀ ਆ। ਸੋ ਮੇਰੀ ਤਾਂ ਇਹ ਬੇਨਤੀ ਹੈ ਵੀ ਇਹ ਗੱਲਾਂ ਨੂੰ ਇਹ ਜ਼ਰੂਰ ਪੰਜਾਬ ਗੌਰਮੈਂਟ ਇਸ ਦੇ ਵਿੱਚ ਇਹ ਅੱਗ ਦੇ ਨਾਲ ਨਾ ਖੇਡੇ। ਅਸੀਂ ਐਪਰੀਸ਼ੀਏਟ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਅਗਰ ਸਰਕਾਰ ਐਸਾ ਕਾਨੂੰਨ ਬਣਾਉਂਦੀ ਆ, ਅੱਜ ਲੈ ਕੇ ਆਉਂਦੀ ਆ, ਉਹਦੇ 'ਚ ਉਹ ਕਰਦੀ ਹੈ, ਤਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਡਟ ਕੇ ਖੜਾਂਗੇ ਜੀ।